ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 77ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਗਵਾਰਰੀ ਮਹੱਲਾ ਪੰਜਵਾਂ। ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਪਏ ਸੁਖ ਸੈਲ। ਵੱਡੇ ਭਾਗ ਪਾਇਆ ਸਾਧ ਸੰਗ, ਪਾਰ ਬ੍ਰਹਮ ਸਿਉ ਲਾਗੋ ਰੰਗ। ਹਰ ਹਰ ਨਾਮ ਜਪਤ ਜਨ ਤਾਰਿਓ, ਅਗਨ ਸਾਗਰ ਗੁਰ ਪਾਰ ਉਤਾਰਿਓ ਰਹਾਓ। ਕਰ ਕੀਰਤਨ ਮਨ ਸੀਤਲ ਪਏ, ਜਨਮ ਜਨਮ ਕੇ ਕਿਲ ਵਿਖ ਗਏ। ਸਰਬ ਨਿਧਾਨ ਪੇਖੇ ਮਨ ਮਾਏ, ਅਬ ਢੂੰਡਣ ਕਾਹੇ ਕਿਉ ਜਾਏ। ਪ੍ਰਭ ਆਪਣੇ ਜਬ ਭੈ ਦਿਆਲ, ਪੂਰਨ ਹੋਈ ਸੇਵਕ ਕਾਲ। ਬੰਧਨ ਕਾਟ ਕੀਏ ਆਪਣੇ ਦਾਸ, ਸਿਮਰ 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 ਗੁਣਤਾਸ। ਏਕੋ ਮਨ ਏਕੋ ਸਭ ਠਾਏ, ਪੂਰਨ ਪੂਰਿਓ ਸਭ ਜਾਏ। ਗੁਰਪੂਰੇ ਸਭ ਭਰਮ ਚੁਕਾਇਆ, ਹਰ ਸਿਮਰਤ ਨਾਨਕ ਸੁਖ ਪਾਇਆ। ਗੁਰਪੂਰੇ ਸਭ ਭਰਮ ਚੁਕਾਇਆ, ਹਰ ਸਿਮਰਤ ਨਾਨਕ ਸੁਖ ਪਾਇਆ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਜਿਨ੍ਹਾਂ ਜਗਿਆਸੂਆਂ ਨੇ ਪਰਮੇਸ਼ਰ ਹਰੀ ਦੀ ਗੁਰਸ਼ਬਦ ਗੁਰਬਾਣੀ ਰੂਪ ਕਥਾ ਸੁਣ ਕੇ ਸ਼ਬਦ ਦੇ ਅੱਖਰਾਂ ਨੂੰ ਵਿਚਾਰ ਕੇ ਸੁਣ ਕੇ ਆਪਣੇ ਮਨ ਦੀ ਮੈਲ ਉਤਾਰ ਲਈ ਹੈ ਜੀ, ਉਹ ਵਡਭਾਗੀ ਗੁਰਮੁਖ ਪਰਮ ਪਵਿੱਤਰ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਦਾ ਮਨੁੱਖਾ ਜਨਮ ਵਿੱਚ ਆਉਣਾ ਮਾਨੋ ਸੁੱਖਾਂ ਦੀ ਸੈਰ ਸਪਾਟਾ ਹੈ ਜੀ। ਉਹਨਾਂ ਨੇ ਆਪਣਾ ਆਉਣਾ ਜਾਣਾ ਸੁਖਾਲਾ ਕਰ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਵੱਡੇ ਭਾਗਾਂ ਨਾਲ ਜਗਿਆਸੂ ਨੂੰ ਗੁਰਸ਼ਬਦ ਗੁਰਬਾਣੀ ਰੂਪ ਸਾਧ ਗੁਰੂ ਦਾ ਸੰਗ ਪ੍ਰਾਪਤ ਹੋਇਆ ਹੈ ਜੀ, ਜਿਸ ਕਰਕੇ ਇਸ ਦਾ ਪਰਮੇਸ਼ਰ ਨਾਲ ਗੁਰਬਾਣੀ ਨਾਲ ਪ੍ਰੇਮ ਲੱਗਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰੀ ਗੁਰਸ਼ਬਦ ਗੁਰਬਾਣੀ ਰੂਪ ਹਰੀ ਨਾਮ ਜਪਦਿਆਂ ਉਸਨੇ ਆਪਣੇ ਆਪ ਨੂੰ ਸੰਸਾਰ ਸਾਗਰ ਤੋਂ ਤਾਰ ਲਿਆ ਹੈ ਜੀ। ਗੁਰਸ਼ਬਦ ਗੁਰਬਾਣੀ ਗੁਰੂ ਨੇ ਇਸ ਅਗਨੀ ਦੇ ਸਾਗਰ ਤੋਂ ਉਸਨੂੰ ਪਾਰ ਕਰ ਦਿੱਤਾ ਹੈ ਜੀ। ਉਸ ਗੁਰਮੁਖ ਜਗਿਆਸੂ ਨੂੰ ਵਿਕਾਰਾਂ ਤੋਂ ਉਸਨੇ ਆਪਣੇ ਵਿਕਾਰਾਂ ਤੇ ਕਾਬੂ ਪਾ ਲਿਆ ਹੈ ਜੀ, ਤੇ ਉਹ ਵਿਕਾਰ ਰਹਿਤ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਭਾਈ ਗੁਰਸ਼ਬਦ ਗੁਰਬਾਣੀ ਨਾਮ ਕੀਰਤਨ ਕਰਕੇ ਜਿਨ੍ਹਾਂ ਦੇ ਮਨ ਸੀਤਲ ਭਾਵ ਸ਼ਾਂਤ ਹੋ ਗਏ ਹਨ ਜੀ, ਉਹਨਾਂ ਦੇ ਜਨਮਾਂ ਜਨਮਾਂ ਦੀ ਪਾਪ ਨਾਸ਼ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਨੇ ਸਾਰੇ ਖਜ਼ਾਨੇ ਆਪਣੇ ਮਨ ਅੰਦਰ ਹੀ ਵੇਖ ਲਏ ਹਨ ਜੀ। ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਉਹਨਾਂ ਨੇ ਉਸ ਦਾ ਆਨੰਦ ਮਾਣ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ, ਹੁਣ ਉਹ ਕਾਹਦੇ ਲਈ ਬਾਹਰ ਢੂੰਡਣ ਜਾਣ। ਉਹਨਾਂ ਦੀ ਅਜਿਹੀ ਸਭ ਦੌੜ ਖਤਮ ਹੋ ਗਈ ਹੈ ਜੀ। ਉਹਨਾਂ ਦੇ ਆਪਣੇ ਅੰਦਰ ਪਏ ਖਜ਼ਾਨੇ ਨੂੰ ਉਹਨਾਂ ਨੇ ਗੁਰਸ਼ਬਦ ਗੁਰਬਾਣੀ ਰਾਹੀਂ ਪਹਿਚਾਨ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਪਰਮੇਸ਼ਰ ਆਪਣੇ ਸੇਵਕਾਂ ਉੱਤੇ ਦਿਆਲ ਹੋ ਗਏ ਤਾਂ ਸੇਵਕਾਂ ਦੀ ਸਾਰੀ ਕੀਤੀ ਗੁਰਸ਼ਬਦ ਗੁਰਬਾਣੀ ਦੀ ਕਾਲ ਪੂਰੀ ਹੋ ਗਈ ਜੀ। ਫਿਰ ਉਹਨਾਂ ਦੇ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਗੁਰਸ਼ਬਦ ਗੁਰਬਾਣੀ
ਨੂੰ ਸਿਮਰ ਸਿਮਰ ਕੇ ਉਹਨਾਂ ਦੇ ਮੋਹ ਮਾਇਆ ਦੇ ਮਾਇਕੀ ਬੰਧਨ ਵੀ ਉਹਨਾਂ ਨੇ ਕੱਟ ਕੇ ਪਰਮੇਸ਼ਰ ਨੇ ਆਪਣੇ ਦਾਸ ਆਪਣੀ ਕਿਰਪਾ ਕਰਕੇ ਬਣਾ ਲਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਮਨ ਗੁਰਸ਼ਬਦ ਗੁਰਬਾਣੀ ਤੇ ਸਰੀਰ ਕਰਕੇ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਨੂੰ ਗੁਰਬਾਣੀ ਗੁਰਸ਼ਬਦ ਰਾਹੀਂ ਨਾਮ ਰਾਹੀਂ ਸਿਮਰ ਸਿਮਰ ਕੇ ਨਿਹਾਲ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੁਣ ਉਹਨਾਂ ਜਗਿਆਸੂਆਂ ਨੂੰ ਮਨ ਵਿੱਚ ਤੇ ਬਾਹਰ ਇੱਕੋ ਪਰਮੇਸ਼ਰ ਹੀ ਸਭ ਥਾਵਾਂ ਤੇ ਦਿਖਾਈ ਦਿੰਦਾ ਹੈ ਜੀ। ਭਾਵ ਹਰ ਜਗ੍ਹਾ ਅੰਦਰ ਬਾਹਰ ਉਹ ਪਰਮੇਸ਼ਰ ਹੀ ਨਜ਼ਰ ਆਉਂਦਾ ਹੈ ਜੀ ਕਿ ਉਸ ਦਾ ਦਿੱਤਾ ਹੋਇਆ ਹੀ ਉਸ ਦੀ ਸਾਜੀ ਹੋਈ ਸ੍ਰਿਸ਼ਟੀ ਹੈ ਜੀ, ਜਿਸ ਦਾ ਉਹ ਵੀ ਇੱਕ ਛੋਟਾ ਜਿਹਾ ਅੰਗ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਸਭ ਥਾਵਾਂ ਤੇ ਪਰਿਪੂਰਨ ਵਿਆਪਕ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰੂ ਨੇ ਉਹਨਾਂ ਦਾ ਸਾਰਾ ਭਰਮ ਦੂਰ ਕਰ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਨੇ ਪਰਮੇਸ਼ਰ ਹਰੀ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਦਿਆਂ ਸੱਚੇ ਸੁੱਖ ਨੂੰ ਪ੍ਰਾਪਤ ਕਰ ਲਿਆ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ, ਜਿਸ ਤਰ੍ਹਾਂ ਇਸ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ ਸੁਣ ਹਰ ਕਥਾ ਉਤਾਰੀ ਮੈਲ ਮਹਾਂ ਪੁਨੀਤ ਭੈ ਸੁਖ ਸੈਲ। ਜਦੋਂ ਪਰਮੇਸ਼ਰ ਹਰੀ ਦੀ ਗੁਰਸ਼ਬਦ ਗੁਰਬਾਣੀ ਰੂਪ ਕਥਾ ਸੁਣ ਕੇ ਭਾਵ ਸ਼ਬਦਾਂ ਨੂੰ ਵਿਚਾਰ ਕੇ ਸੁਣ ਕੇ ਮਨ ਦੀ ਸਾਰੀ ਮੈਲ ਉਤਰ ਗਈ ਹੈ ਤਾਂ ਉਹਨਾਂ ਉੱਤੇ ਉਹ ਪਵਿੱਤਰ ਹੋ ਗਏ ਹਨ ਜੀ ਅਤੇ ਉਹਨਾਂ ਦੇ ਉੱਤੇ ਉਸ ਪਵਿੱਤਰਤਾ ਦਾ ਅਸਰ ਹੋ ਗਿਆ ਹੈ ਜੀ, ਜਿਸ ਦਾ ਉਹ ਸੁੱਖ ਮਾਣ ਰਹੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਧ ਸੰਗਤ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਦੀ ਕਥਾ ਸ਼ਬਦਾਂ ਨੂੰ ਸੁਣ ਕੇ ਵਿਚਾਰ ਕੇ ਮਨ ਨੂੰ ਪਾਪਾਂ ਦੀ ਲੱਗੀ ਹੋਈ ਮੈਲ ਉਤਰ ਜਾਂਦੀ ਹੈ ਜੀ ਅਤੇ ਪਵਿੱਤਰ ਜੀਵਨ ਯਾਤਰਾ ਸਹਿ ਰੂਪ ਹੋ ਕੇ ਸੁਖਦਾਈ ਬਣ ਜਾਂਦੀ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਨੂੰ ਅਪਣਾਇਆ ਤੇ ਗੁਰਮਤਿ ਦੀ ਜ਼ਿੰਦਗੀ ਨੂੰ ਜਿਉਣ ਨਾਲ ਉਸ ਪਰਮੇਸ਼ਰ ਹਰ ਦੀ ਸਮਝ ਆ ਜਾਂਦੀ ਹੈ ਜੀ ਤੇ ਆਪਣੇ ਮੂਲ ਦੀ ਪਹਿਚਾਨ ਹੁੰਦੀ ਹੈ ਜੀ। ਫਿਰ ਇਹ ਜੀਵਨ ਉਹਨਾਂ ਨੂੰ ਜਗਿਆਸੂਆਂ ਨੂੰ ਇੱਕ ਸੈਰ ਰੂਪ ਹੀ ਨਜ਼ਰ ਆਉਂਦਾ ਹੈ ਜੀ ਕਿ ਇਹ ਇੱਕ ਜੀਵਨ ਯਾਤਰਾ ਦੀ ਸੈਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਹਰੀ ਦਾ ਗੁਰਸ਼ਬਦ ਗੁਰਬਾਣੀ ਨਾਮ ਕੀਰਤਨ ਕਰਕੇ ਜਨਮਾਂ ਜਨਮਾਂਤਰਾਂ ਦੇ ਪਾਪ ਉਤਰ ਜਾਂਦੇ ਹਨ ਜੀ। ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ ਜੀ, ਵਿਕਾਰਾਂ ਤੇ ਕਾਬੂ ਆ ਜਾਂਦਾ ਹੈ ਜੀ ਅਤੇ ਮਨ ਸੀਤਲ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਸਦਕਾ ਸ਼੍ਰੋਮਣੀ ਸੁੱਖ ਪ੍ਰਾਪਤ ਹੋ ਜਾਂਦਾ ਹੈ ਜੀ ਅਤੇ ਆਤਮਕ ਮੰਡਲ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤੋਂ ਬਿਨਾਂ ਸੈਲ ਕਰਨੀ ਮਨ ਨੂੰ ਵਿਕਾਰਾਂ ਦੀ ਮੈਲ ਲਾਉਣ ਨਾ ਤੁਲ ਸਮਝੀ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਵੀ ਚੇਤੇ ਰੱਖਣਾ ਚਾਹੀਦਾ ਹੈ ਜੀ, ਜਿਸ ਨਾਲ ਇਹ ਜ਼ਿੰਦਗੀ ਦੀ ਸੈਰ ਭਾਵ ਇਹ ਜੀਵਨ ਇੱਕ ਸੈਰ ਸੁਖਦਾਈ ਮਹਿਸੂਸ ਹੋਵੇਗਾ ਜੀ।
ਤੇ ਇਹ ਜੀਵਨ ਸਫਲ ਹੋਏਗਾ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੀਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਚੱਚ ਖਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।